ਸ੍ਰੀ ਅਕਾਲ ਜੀ। ਆਪ ਸਭ ਦਾ ਮੇਰੇ YouTube ਚੈਨਲ ਵਿੱਚ ਸਵਾਗਤ ਹੈ ਜੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਸ਼ੇਅਰ ਕਰਨਾ ਨਾ ਭੁੱਲਣਾ। ਅੱਜ ਮੈਂ ਆਪ ਸਭ ਨਾਲ ਲੈ ਕੇ ਆਇਆ ਹਾਂ ਇਨਕਮ ਟੈਕਸ ਦੀ ਕੈਲਕੂਲੇਸ਼ਨ ਅਸੀਂ IHRMS 'ਤੇ ਕਿਸ ਤਰ੍ਹਾਂ ਕਰੀਏ। ਖਾਸ ਤੌਰ 'ਤੇ ਉਹਨਾਂ ਕਰਮਚਾਰੀਆਂ ਦੀ ਜਿਨ੍ਹਾਂ ਦਾ ਇਨਕਰੀਮੈਂਟ ਫਰਵਰੀ ਮਹੀਨੇ ਦੇ ਵਿੱਚ ਲਗਾਇਆ ਜਾਂਦਾ ਹੈ। ਉਹਨਾਂ ਦੀ ਇਨਕਮ ਟੈਕਸ ਦੀ ਕੈਲਕੂਲੇਸ਼ਨ ਕਿਸ ਤਰ੍ਹਾਂ ਕੀਤੀ ਜਾਵੇ, ਇਸ ਬਾਰੇ ਮੈਂ ਤੁਹਾਨੂੰ ਅੱਜ ਜਾਣਕਾਰੀ ਦੇਵਾਂਗਾ। ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਕਿ ਜਦ ਅਸੀਂ ਟੈਂਟੇਟਿਵ ਇਨਕਮ ਟੈਕਸ ਕੈਲਕੂਲੇਸ਼ਨ ਕਰਦੇ ਹਾਂ ਤਾਂ ਜਿਹੜੇ ਕਰਮਚਾਰੀ ਫਰਵਰੀ ਮਹੀਨੇ ਦੇ ਵਿੱਚ ਇਨਕਰੀਮੈਂਟ ਦੇ ਅੰਡਰ ਆਉਂਦੇ ਹਨ, ਉਹਨਾਂ ਦੀ ਇਨਕਮ ਟੈਕਸ ਦੀ ਕੈਲਕੂਲੇਸ਼ਨ ਗਲਤ ਆਉਂਦੀ ਹੈ। ਇਸ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਜਾ ਰਿਹਾ ਹਾਂ। ਤਾਂ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਕੰਮ ਬਿੱਲ ਕਲਰਕ ਭਾਵ ਕਿ IHRMS 'ਤੇ ਜਿਸ ਵਿਅਕਤੀ ਨੂੰ ਬਿੱਲ ਬਣਾਉਣ ਦੀ ਪਰਮਿਸ਼ਨ ਦਿੱਤੀ ਗਈ ਹੈ, ਉਸ ਵੱਲੋਂ ਕੀਤੇ ਜਾਣੇ ਹਨ। ਤਾਂ ਸਭ ਤੋਂ ਪਹਿਲਾਂ ਬਿੱਲ ਕਲਰਕ ਆ ਜਿਹੜਾ, ਉਹ ਆਪਣੀ ID ਖੋਲ੍ਹ ਕੇ ਨਵੇਂ ਮਹੀਨੇ ਲਈ ਬਿੱਲ ਇਨੀਸ਼ੀਏਟ ਕਰੇਗਾ। ਇੱਕ ਇੱਥੇ ਗੱਲ ਦੇਣ ਯੋਗ ਹੈ ਕਿ ਬਿੱਲ ਨਵੇਂ 15 ਫਰਵਰੀ ਤੋਂ ਬਾਅਦ ਹੀ ਇਨੀਸ਼ੀਏਟ ਕੀਤੇ ਜਾ ਸਕਦੇ ਹਨ। ਭਾਵ ਕਿ ਨਵੇਂ ਬਿੱਲ 15 ਫਰਵਰੀ ਤੋਂ ਬਾਅਦ ਹੀ ਬਣਨਗੇ। ਇਸ ਲਈ 15 ਫਰਵਰੀ ਤੋਂ ਬਾਅਦ ਨਵੇਂ ਬਿੱਲ ਇਨੀਸ਼ੀਏਟ ਕੀਤੇ ਜਾਣਗੇ। ਉਸ ਤੋਂ ਬਾਅਦ ਜਿਸ ਕਰਮਚਾਰੀ ਦਾ ਫਰਵਰੀ ਮਹੀਨੇ ਦੇ ਵਿੱਚ ਇਨਕਰੀਮੈਂਟ ਲੱਗਣਾ ਹੈ, ਉਹਨਾਂ ਦੀ ਪੇ ਇਨਕਰੀਮੈਂਟ ਲਗਾ ਕੇ ਅਪਡੇਟ ਕਰ ਦਿੱਤੀ ਜਾਵੇਗੀ ਅਤੇ ਬਿੱਲ ਨੂੰ ਸੇਵ ਕਰ ਲਿਆ ਜਾਵੇਗਾ। ਉਸ ਤੋਂ ਬਾਅਦ ਮੈਨੇਜ ਡਿਡਕਸ਼ਨ ਟੈਬ ਦੇ ਅੰਡਰ ਜਾ ਕੇ ਸਾਰੇ ਇੰਪਲਾਈ ਦਾ ਜਿਹੜਾ ਇਨਕਮ ਟੈਕਸ ਹੈ, ਉਹ ਇੱਕ ਵਾਰ ਜ਼ੀਰੋ ਕਰ ਦਿੱਤਾ ਜਾਵੇਗਾ। ਜ਼ੀਰੋ ਕਰਕੇ ਸੇਵ ਕਰ ਲਿਆ ਜਾਵੇਗਾ। ਇਹ ਬਿੱਲ ਕਲਰਕ ਦਾ ਕੰਮ ਹੈ। ਬਿੱਲ ਕਲਰਕ ਨੇ ਆਪਣੀ ID ਤੋਂ ਕਰਨਾ ਹੈ। ਉਸ ਤੋਂ ਬਾਅਦ ਜਿਹੜਾ ਕੰਮ ਆ, ਉਹ ਇੰਪਲਾਈ ਹੈ ਜਿਹੜਾ, ਉਹ ਆਪਣੀ ID ਦੇ ਵਿੱਚ ਆਸਾਨੀ ਨਾਲ ਕਰ ਸਕਦਾ ਹੈ। ਜੇਕਰ ਬਿੱਲ ਕਲਰਕ ਇਸ ਤਰ੍ਹਾਂ ਨਹੀਂ ਕਰੇਗਾ ਜਾਂ ਇਨਕਮ ਟੈਕਸ ਡਿਡਕਸ਼ਨ ਜ਼ੀਰੋ ਨਹੀਂ ਕਰੇਗਾ ਤਾਂ ਇਹ ਕੈਲਕੂਲੇਸ਼ਨ ਆ ਜਿਹੜੀ ਉਹ ਸਹੀ ਨਹੀਂ ਹੋਵੇਗੀ। ਇਸ ਲਈ ਬਿੱਲ ਕਲਰਕ ਦੁਆਰਾ ਬਹੁਤ ਜ਼ਰੂਰੀ ਹੈ ਕਿ ਬਿੱਲ ਇਨੀਸ਼ੀਏਟ ਕਰਨ ਤੋਂ ਬਾਅਦ, ਇਨਕਰੀਮੈਂਟ ਲਗਾਉਣ ਤੋਂ ਬਾਅਦ ਡਿਡਕਸ਼ਨ ਆ ਜਿਹੜੀ ਇਨਕਮ ਟੈਕਸ ਦੀ, ਉਹ ਜ਼ੀਰੋ ਕਰ ਦਿੱਤੀ ਜਾਵੇ। ਉਸ ਤੋਂ ਬਾਅਦ ਇੰਪਲਾਈ ਹੈ ਜਿਹੜਾ, ਉਹ ਆਪਣੀ ID ਤੇ ਪਾਸਵਰਡ ਭਰ ਕੇ IHRMS ਦੀ ਸਾਈਟ 'ਤੇ ਆਪਣਾ ਅਕਾਊਂਟ ਖੋਲ੍ਹੇਗਾ। ਤਾਂ ਇਸ ਤਰ੍ਹਾਂ ਦਾ ਇੰਟਰਫੇਸ ਜਿਹੜਾ ਤੁਹਾਨੂੰ ਦਿਖਾਈ ਦੇਵੇਗਾ ਜਨਰਲ ਯੂਜ਼ਰ। ਤਾਂ ਤੁਸੀਂ ਸਭ ਤੋਂ ਪਹਿਲਾਂ ਮਾਈ ਸਰਵਿਸ 'ਤੇ ਕਲਿੱਕ ਕਰਨਾ ਹੈ। ਮਾਈ ਸਰਵਿਸ 'ਤੇ ਕਲਿੱਕ ਕਰਨ ਤੋਂ ਬਾਅਦ ਪੇਰੋਲ ਸਰਵਿਸ ਦੇ ਉੱਪਰ ਤੁਸੀਂ ਜਦੋਂ ਜਾਓਗੇ ਤਾਂ ਪੇਰੋਲ ਤੋਂ ਅੱਗੇ ਇੱਕ ਹੋਰ ਟੈਬ ਹੈ ਜਿਹੜਾ ਖੁੱਲ੍ਹੇਗਾ, ਜਿਸ ਦੇ ਵਿੱਚ ਇਸ ਤਰ੍ਹਾਂ ਦਾ ਇੰਟਰਫੇਸ ਤੁਹਾਨੂੰ ਦਿਖਾਈ ਦੇਵੇਗਾ। ਇਹ ਪੇਰੋਲ ਸਰਵਿਸ ਦੇ ਅੰਡਰ ਹੀ ਇੰਟਰਫੇਸ ਦਿਖਾਈ ਦੇ ਰਿਹਾ ਹੈ। ਜੇਕਰ ਤੁਸੀਂ ਲੈਫਟ ਸਾਈਡ 'ਤੇ ਦੇਖੋ ਤਾਂ ਇੱਥੇ ਸਭ ਤੋਂ ਪਹਿਲਾਂ ਅਸੀਂ ATC ਦੀਆਂ ਸੇਵਿੰਗਸ ਆ ਜਿਹੜੀਆਂ, ਉਹ ਆਪਾਂ ਭਰਾਂਗੇ, ਉਹ ਡਿਕਲੇਅਰ ਕਰਾਂਗੇ। ਇਹ ਸੇਵ ਕਰ ਲੈਣੀਆਂ ਹਨ। ATC ਦੀਆਂ ਸੇਵਿੰਗਸ ਆ ਜਿਹੜੀਆਂ ਹੈਗੀਆਂ, ਸਭ ਤੋਂ ਪਹਿਲਾਂ ATC ਦੀਆਂ ਸੇਵਿੰਗਸ ਅਸੀਂ ਫਿਲ ਕਰਾਂਗੇ। ਜਦੋਂ ATC 'ਤੇ ਅਸੀਂ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਇੰਟਰਫੇਸ ਆ ਜਿਹੜਾ ਤੁਹਾਡੇ ਸਾਹਮਣੇ ਦਿਖਾਈ ਦੇਗਾ। ਪਹਿਲਾਂ ਫਾਈਨੈਂਸ਼ੀਅਲ ਈਅਰ ਆਵੇਗਾ 2023-24, ਉਸ ਨੂੰ ਗੋ ਕਰਨ ਤੋਂ ਬਾਅਦ ਇਹ ਸਾਰੀਆਂ ਡਿਡਕਸ਼ਨਸ ਆ ਜਿਹੜੀਆਂ ਖੁੱਲ੍ਹ ਜਾਣਗੀਆਂ ਤੁਹਾਡੇ ਸਾਹਮਣੇ। ਜਿਸ ਤਰ੍ਹਾਂ ਹਾਊਸ ਲੋਨ ਇੰਟਰਸਟ, HBA ਪ੍ਰਿੰਸੀਪਲ, LIC, PLI, PPF, NSC, ਇਹ ਸਾਰੇ ਜਿਹੜੇ ਹੈਗੇ ਆ ਤੁਸੀਂ। ਇਸ ਤੋਂ ਇਲਾਵਾ 12 ਨੰਬਰ 'ਤੇ ATCCD1B ਦੇ ਅੰਡਰ ਜਿਹੜੀ ਐਡੀਸ਼ਨਲ CPF ਇੰਪਲਾਈ ਨੂੰ 50,000 ਦੀ ਐਡੀਸ਼ਨਲ ਸੇਵਿੰਗ ਦਾ ਸਾਨੂੰ ਲਾਭ ਹੁੰਦਾ ਹੈ, ਉਹ ਵੀ ਤੁਸੀਂ ਇੱਥੇ ਹੀ ਫਿਲ ਕਰ ਦੇਣੀ ਹੈ। ਫਿਲ ਕਰਨ ਤੋਂ ਬਾਅਦ ਇਸ ਨੂੰ ਸੇਵ ਕਰ ਦੇਣਾ ਹੈ। ਸੇਵ ਕਰਨ ਤੋਂ ਬਾਅਦ ਇਸ ਨੂੰ ਤੁਸੀਂ ਸਬਮਿਟ ਟੂ DDO ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਤੋਂ ਬਾਅਦ ਅਸੀਂ ਉਸੇ ਪੇਰੋਲ ਸਰਵਿਸ ਦੇ ਵਿੱਚ ਜਾਵਾਂਗੇ। ਪੇਰੋਲ ਸਰਵਿਸ ਦੇ ਵਿੱਚ ਜਾਣ ਤੋਂ ਬਾਅਦ ਉੱਥੇ ਟੈਂਟੇਟਿਵ ਇਨਕਮ ਟੈਕਸ ਕੈਲਕੂਲੇਸ਼ਨ ਦੀ ਸ਼ੀਟ ਹੈ ਜਿਹੜੀ, ਉਹ ਆਵੇਗੀ। ਤਾਂ ਉੱਥੇ ਤੁਸੀਂ ਟੈਂਟੇਟਿਵ ਜਾਂ ਐਕਚੁਅਲ, ਕਿਉਂਕਿ ਤੁਹਾਡੇ ਬਿੱਲ ਕਲਰਕ ਨੇ ਤੁਹਾਡੀ ਪੇ ਬਣਾ ਦਿੱਤੀ ਹੈ, ਤਾਂ ਚਾਹੇ ਤੁਸੀਂ ਐਕਚੁਅਲ 'ਤੇ ਕਰ ਲਓ ਜਾਂ ਟੈਂਟੇਟਿਵ 'ਤੇ ਕਰ ਲਓ, ਉਹ ਸੇਮ ਹੀ ਰਹੇਗੀ। ਤਾਂ ਕਰਨ ਤੋਂ ਬਾਅਦ ਤੁਸੀਂ ਗੋ ਕਰੋਗੇ ਤਾਂ ਇਸ ਤਰ੍ਹਾਂ ਤੁਹਾਡਾ ਜਿਹੜਾ ਇੰਟਰਫੇਸ ਜਿਹੜੀ ਖੁੱਲ੍ਹ ਜਾਵੇਗੀ, ਜਿਸ ਦੇ ਵਿੱਚ ਤੁਹਾਡੀ ਕੁੱਲ ਪੇ, ਡਿਡਕਸ਼ਨ ਸਾਰੀਆਂ ਤੁਹਾਡੀਆਂ ਇਸ ਤਰ੍ਹਾਂ ਪ੍ਰੀ ਫਿਲਡ ਸ਼ੋ ਹੋਣਗੀਆਂ। ਉਸ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਸੇਵਿੰਗਸ ਜਿਹੜੀਆਂ ਅਸੀਂ ਡਿਕਲੇਅਰ ਕਰ ਚੁੱਕੇ ਹੈਗੇ ਆ, ਉਹ ਵੀ ਇੱਥੇ ਆਪਣੇ ਆਪ ਹੀ ਸ਼ੋ ਹੋਣ ਲੱਗ ਜਾਣਗੀਆਂ। ਜਿਹੜੀਆਂ ਅਸੀਂ ਡਿਕਲੇਅਰ ਕਰ ਚੁੱਕੇ ਹਾਂ, ਇੱਥੇ ਤੁਹਾਨੂੰ ਜ਼ੀਰੋ ਨਜ਼ਰ ਨਹੀਂ ਆਵੇਗੀ। ਸਾਰੀਆਂ ਸੇਵਿੰਗਸ ਦਾ ਤੁਹਾਨੂੰ ਆਪਣੇ ਆਪ ਭਰੀਆਂ ਸ਼ੋ ਹੋਣ ਲੱਗ ਜਾਣਗੀਆਂ। ਉਸ ਤੋਂ ਬਾਅਦ ATC ਤੋਂ ਇਲਾਵਾ ਵੀ ਕੁਝ ਡਿਡਕਸ਼ਨਸ ਨੇ ਜਿਹੜੀਆਂ ਅਸੀਂ ਫਿਲ ਕਰ ਸਕਦੇ ਹਾਂ। ਕਿਉਂਕਿ ਇਹ ਫਾਰਮ ਆ ਜਿਹੜਾ, ਇਹ ਆਲਰੇਡੀ ਸਬਮਿਟ ਹੋ ਚੁੱਕਿਆ, ਇਸ ਕਰਕੇ ਅਸੀਂ ਇਸ ਨੂੰ ਐਡਿਟ ਨਹੀਂ ਕਰ ਸਕਦੇਗੇ। ਬਟ ਜਦ ਤੁਸੀਂ ਇਸ ਨੂੰ ਸਬਮਿਟ ਕਰਨ ਤੋਂ ਪਹਿਲਾਂ ਇਸ ਨੂੰ ਖੋਲ੍ਹੋਗੇ ਤਾਂ ਇੱਥੇ ਐਡਿਟ ਦੀ ਆਪਸ਼ਨ ਹੋਵੇਗੀ। ਤਾਂ ਤੁਸੀਂ ਇਹਦੇ ਵਿੱਚ ਜਿਸ ਤਰ੍ਹਾਂ ਮੈਡੀਕਲ ਇੰਸ਼ੋਰੈਂਸ ਭਰਨਾ ਹੈ ਜਾਂ ਮੈਡੀਕਲ ਟਰੀਟਮੈਂਟ ਦਾ ਖਰਚਾ ਭਰਨਾ, ਡੋਨੇਸ਼ਨ ਭਰਨਾ ਹੈ, ਫਿਜ਼ੀਕਲ ਹੈਂਡੀਕੈਪ ਦਾ ਭਰਨਾ ਹੈ,
ਲੋਨ ਫਾਰ ਹਾਇਰ ਐਜੂਕੇਸ਼ਨ ਭਰਨਾ ਹੈ, ਇਹ ਸਾਰੀਆਂ ਤੁਸੀਂ ਇੱਥੇ ਹੀ ਭਰ ਸਕਦੇ ਹੋ। ਤਾਂ ਇਹਦੇ ਵਿੱਚ ਤੁਹਾਨੂੰ ਅੱਗੇ ਸਾਹਮਣੇ ਲਿਖਿਆ ਦਿਖ ਜਾਵੇਗਾ ਕਿ ਕਿੰਨੀ ਡਿਡਕਸ਼ਨ ਕਿਹੜੇ ਚੈਪਟਰ ਦੇ ਅੰਡਰ ਸਾਨੂੰ ਅਵੇਲੇਬਲ ਹੈ। ਪਰ ਇਹਦੇ ਵਿੱਚ ਤੁਸੀਂ ਇੱਕ 80D ਦੇ ਵਿੱਚ ਹਰ ਇੰਪਲਾਈ 5000 ਦਾ ਖਰਚੇ ਦਾ ਜਿਹੜਾ ਉਹ ਆਪਣਾ ਭਰ ਸਕਦਾ ਹੈ, ਭਾਵ ਕਿ 5000 ਰੁਪਏ ਹੈ ਜਿਹੜਾ ਉਸਨੇ ਆਪਣੇ ਪਰ ਪਰਸਨ 'ਤੇ ਖਰਚ ਜਿਹੜੇ ਉਹ ਕੀਤੇ ਹਨ। ਇਸ ਦੇ ਲਈ ਇਹ ਸਰਕਾਰ ਵੱਲੋਂ ਇੱਕ ਸਾਨੂੰ ਛੋਟ ਦਿੱਤੀ ਜਾਂਦੀ ਹੈ 5000 ਰੁਪਏ ਦੀ, ਕਿਉਂਕਿ OPD ਦਾ ਕੋਈ ਬਿੱਲ ਵਗੈਰਾ ਨਹੀਂ ਮਿਲਦੇ। ਤਾਂ ਸਰਕਾਰ ਕਹਿੰਦੀ ਕਿ ਇੱਕ ਪਰਸਨ ਆ ਜਿਹੜਾ ਉਹ 5000 ਰੁਪਏ ਤੱਕ ਦਾ ਖਰਚਾ OPD ਦਾ ਖਰਚਾ ਜਾਂ ਛੋਟੀਆਂ-ਮੋਟੀਆਂ ਬਿਮਾਰੀਆਂ ਦੇ ਲਈ ਉਹ ਖਰਚ ਕਰ ਸਕਦਾ ਹੈਗਾ। ਤਾਂ ਅਸੀਂ ਇਹ 5000 ਰੁਪਏ ਦਾ ਇਨਕਮ ਟੈਕਸ ਦੇ ਵਿੱਚ ਛੂਟ ਲੈ ਸਕਦੇ ਹਾਂ। ਇਹਦੇ ਲਈ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਸਬੂਤ ਆ ਜਿਹੜਾ ਸਾਡੇ ਨਾਲ DDO ਕੋਲ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਨਹੀਂ। 5000 ਰੁਪਇਆ ਪਰ ਪਰਸਨ ਆ ਜਿਹੜਾ ਉਹ ਆਪਣੀ ਛੋਟ ਆ ਜਿਹੜਾ ਉਹ ਲੈ ਸਕਦਾ ਹੈ। ਉਸ ਤੋਂ ਬਾਅਦ ਇਨਕਮ ਟੈਕਸ ਆ ਤੁਹਾਡਾ ਉਹ ਆਟੋਮੈਟਿਕਲੀ ਕੈਲਕੂਲੇਟ ਹੋ ਜਾਵੇਗਾ। ਸਭ ਤੋਂ ਪਹਿਲਾਂ ਓਲਡ ਟੈਕਸ ਰਜੀਮ ਦੀ ਕੈਲਕੂਲੇਸ਼ਨ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਸ਼ੋ ਹੋ ਰਹੀ ਹੈ, ਓਲਡ ਟੈਕਸ ਰਜੀਮ ਦੀ ਕੈਲਕੂਲੇਸ਼ਨ ਹੈਗੀ ਆ। ਤੁਸੀਂ ਇਸ ਵਿੱਚ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਟੋਟਲ ਟੈਕਸ ਕੀ ਬਣਦਾ ਹੈ। ਜਾਂ ਉਸ ਤੋਂ ਬਾਅਦ ਨੈਕਸਟ ਜਿਹੜਾ ਕਾਲਮ ਹੋਵੇਗਾ ਉਹ ਹੋਵੇਗਾ ਨਿਊ ਟੈਕਸ ਰਜੀਮ ਦੇ ਅੰਡਰ। ਬਾਈ ਡਿਫਾਲਟ ਇਹ ਓਲਡ ਟੈਕਸ ਰਜੀਮ ਹੀ ਸਿਲੈਕਟ ਹੋਵੇਗਾ। ਤੁਸੀਂ ਇੱਥੋਂ ਜੇਕਰ ਤੁਹਾਡਾ ਟੈਕਸ ਨਿਊ ਟੈਕਸ ਰਜੀਮ ਦੇ ਵਿੱਚ ਘੱਟ ਮਾਰ ਰਿਹਾ ਤਾਂ ਤੁਸੀਂ ਨਿਊ ਟੈਕਸ ਰਜੀਮ ਜਿਹੜਾ ਉਹ ਸਿਲੈਕਟ ਕਰ ਸਕਦੇ ਹੋ ਅਤੇ ਸਬਮਿਟ ਟੂ DDO ਕਰ ਸਕਦੇ ਹੋ। ਇੱਥੇ ਨੀਚੇ ਜਿਹੜੀਆਂ ਆਪਸ਼ਨਸ ਆਈਆਂ ਉਹ ਸਬਮਿਟ ਟੂ DDO ਆਉਣਗੀਆਂ। ਤੁਸੀਂ DDO ਨੂੰ ਸਬਮਿਟ ਕਰ ਦਿਓਗੇ ਤਾਂ DDO ਆ ਜਿਹੜਾ ਇਸ ਨੂੰ ਫਰਦਰ ਅਪਰੂਵ ਕਰ ਦੇਵੇਗਾ। ਪਰ ਇੱਥੇ ਖਾਸ ਧਿਆਨ ਰੱਖਣ ਯੋਗ ਗੱਲ ਇਹ ਹੈ ਕਿ ਜੇਕਰ ਤੁਸੀਂ ਇੱਕ ਵਾਰ ਇਹ ਪਰਫੋਰਮਾ DDO ਨੂੰ ਸਬਮਿਟ ਕਰ ਦਿੱਤਾ ਤਾਂ ਨਾ ਤਾਂ DDO ਇਸ ਨੂੰ ਰਿਜੈਕਟ ਕਰ ਸਕਦਾ ਵੀ ਤੁਹਾਡੇ ਕੋਲ ਵਾਪਸ ਆ ਜਾਵੇਗਾ, ਅਤੇ ਨਾ ਹੀ ਇਸ ਨੂੰ ਡਿਲੀਟ ਕਰ ਸਕਦਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਫਾਰਮ ਤੁਹਾਡੇ ਤੋਂ ਫਿਲ ਕਰਦੇ ਸਮੇਂ ਕੋਈ ਗਲਤੀ ਹੋ ਗਈ ਹੈ, ਗਲਤੀ ਰਹਿ ਗਈ ਹੈ, ਤਾਂ ਤੁਸੀਂ DDO ਨੂੰ ਰਿਕੁਐਸਟ ਕਰੋਗੇ ਕਿ DDO ਆਪਣੇ ਅਕਾਊਂਟ ਦੇ ਵਿੱਚੋਂ ਇਸ ਫਾਰਮ ਦੇ ਵਿੱਚ ਕਰੈਕਸ਼ਨਸ ਆ ਜਿਹੜੀਆਂ ਇਹ ਕਰ ਦੇਵੇ, ਅਤੇ DDO ਉੱਥੇ ਉਹ ਕਰੈਕਸ਼ਨਸ ਆ ਜਿਹੜੀਆਂ ਕਰ ਸਕਦਾ ਹੈ ਅਤੇ ਇਸ ਨੂੰ ਅਪਰੂਵ ਕਰ ਸਕਦਾ ਹੈ। ਇਸ ਕਰਕੇ ਬਹੁਤ ਹੀ ਧਿਆਨ ਦੇ ਨਾਲ ਪਰਫੋਰਮਾ ਫਿਲ ਕਰਨਾ। ਦੁਬਾਰਾ ਤੁਹਾਨੂੰ ਅਗਰ ਕੋਈ ਚੇਂਜ ਕਰਨੀ ਪੈਂਦੀ ਤਾਂ DDO ਦੇ ਥਰੂ ਹੀ ਚੇਂਜ ਕਰਨੀ ਪਵੇਗੀ। ਤਾਂ ਇਸ ਤਰ੍ਹਾਂ ਜੋ ਫਰਵਰੀ ਮਹੀਨੇ ਦੇ ਵਿੱਚ ਜਿਨ੍ਹਾਂ ਦਾ ਇੰਕਰੀਮੈਂਟ ਲੱਗਦਾ ਖਾਸ ਤੌਰ 'ਤੇ ਇੰਪਲਾਈ, ਉਹ ਬੜੀ ਆਸਾਨੀ ਨਾਲ ਆਪਣਾ ਜਿਹੜਾ ਟੈਕਸ ਆ ਜਿਹੜਾ ਉਹ ਇਹਦੇ ਵਿੱਚ ਕੈਲਕੂਲੇਟ ਕਰ ਸਕਦੇ ਹਨ। ਜਦੋਂ ਸਾਰੇ ਹੀ ਪਰਫੋਰਮੇ ਬਿੱਲ ਕਲਰਕ ਕੋਲ ਜਮ੍ਹਾਂ ਹੋ ਜਾਣਗੇ ਤਾਂ ਬਿੱਲ ਕਲਰਕ ਅਖੀਰ ਦੇ ਵਿੱਚ ਜਦੋਂ ਡਿਡਕਸ਼ਨ ਦੇ ਵਿੱਚ ਜਾਵੇਗਾ, ਆਪਣੇ ਪੇਰੋਲ ਦੇ ਵਿੱਚ ਜਾ ਕੇ ਡਿਡਕਸ਼ਨ ਮੈਨੇਜ ਡਿਡਕਸ਼ਨ ਦੇ ਵਿੱਚ ਜਾਵੇਗਾ, ਤਾਂ ਜਿੱਥੇ ਉਸਨੇ ਪਹਿਲਾਂ 0 ਭਰੀ ਸੀ ਤਾਂ ਉੱਥੇ ਸਾਰੇ ਇੰਪਲਾਈਜ਼ ਦਾ ਜਿੰਨਾ ਟੈਕਸ ਜਿਹੜਾ ਬਣਦਾ ਉਹ ਉੱਥੇ ਫਿਲ ਕਰ ਸਕਦਾ ਹੈ। ਇਸ ਤਰ੍ਹਾਂ ਬੜੀ ਆਸਾਨੀ ਦੇ ਨਾਲ ਹੀ ਬਿੱਲ ਆ ਜਿਹੜੇ ਉਹ ਤਿਆਰ ਹੋ ਜਾਣਗੇ। ਇੰਪਲਾਈ ਆ ਜਿਹੜੇ ਆਪਣੀ ਸਹੀ ਇਨਕਮ ਟੈਕਸ ਦੀ ਕੈਲਕੂਲੇਸ਼ਨ ਕਰ ਸਕਦਾ ਹੈ। ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇਗੀ। ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ।